Hello everyone, this is Sakshi Agarwal from Malerkotla. I welcome you all on Mehnati Bachche. I hope you all are doing well. So ਅੱਜ ਇਸ ਵੀਡੀਓ ਦੇ ਵਿੱਚ ਆਪਾਂ ਦਸੰਬਰ 2020 ਦੇ ਕਰੰਟ ਅਫੇਅਰਸ ਡਿਸਕਸ ਕਰਾਂਗੇ। ਜਿਹੜੇ ਕਰੰਟ ਅਫੇਅਰਸ ਹੈ ਉਹ ਨੈਬ ਤਹਿਸੀਲਦਾਰ ਪੰਜਾਬ PCS ਅਸਿਸਟੈਂਟ ਸੁਪਰੀਡੈਂਟ ਆਫ ਜੇਲ ਐਗਜ਼ਾਮ ਨੂੰ ਨਜ਼ਰ ਦੇ ਵਿੱਚ ਰੱਖਦੇ ਹੋਏ ਬਣਾਏ ਗਏ ਨੇ। ਜੈਸੇ ਐਗਜ਼ਾਮ ਦੇ ਵਿੱਚ ਕਰੰਟ ਅਫੇਅਰਸ ਪੁੱਛੇ ਜਾਂਦੇ ਆ, ਆਪਾਂ ਦਸੰਬਰ ਦੇ ਮੇਨ ਉਹੀ ਕਰੰਟ ਅਫੇਅਰਸ ਡਿਸਕਸ ਕਰਾਂਗੇ। ਓਕੇ, ਸੋ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਿਕੋਜ਼ ਕਰੰਟ ਅਫੇਅਰਸ ਹਰ ਐਗਜ਼ਾਮ ਦਾ ਬਹੁਤ ਇੰਪੋਰਟੈਂਟ ਪਾਰਟ ਹੁੰਦੇ ਆ ਅਤੇ ਇਸ 'ਚੋਂ ਕੁਐਸ਼ਚਨਸ ਜ਼ਰੂਰ ਆਉਂਦੇ ਹੀ ਆਉਂਦੇ ਨੇ। ਇਸ ਤੋਂ ਪਹਿਲਾਂ ਵੀ ਨਵੰਬਰ 2020 ਦੇ ਕਰੰਟ ਅਫੇਅਰਸ ਡਿਸਕਸ ਹੋ ਚੁੱਕੇ ਆ। ਸੋ ਜਿਹੜੇ ਵੀ ਸਟੂਡੈਂਟਸ ਫਸਟ ਟਾਈਮ ਇਹ ਵੀਡੀਓ ਨੂੰ ਦੇਖ ਰਹੇ ਨੇ ਅਤੇ ਜਿਨ੍ਹਾਂ ਨੇ ਵੀਡੀਓਜ਼ ਨਹੀਂ ਦੇਖੀਆਂ ਜ਼ਰੂਰ ਦੇਖੋ, ਤੁਹਾਡੇ ਬਹੁਤ ਕੰਮ ਆਉਣਗੀਆਂ। ਓਕੇ, ਸੋ ਜਿਹੜੇ ਵੀ ਸਟੂਡੈਂਟਸ ਚੈਨਲ ਉੱਪਰ ਨਿਊ ਹੈ ਜ਼ਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਰਿਸੀਵ ਹੁੰਦੀ ਰਹੇ। ਓਕੇ, ਇਸ ਤੋਂ ਇਲਾਵਾ ਹੋਰ ਵੀ ਡਿਫਰੈਂਟ ਸਬਜੈਕਟਸ ਨਾਲ ਰਿਲੇਟਿਡ ਤੁਹਾਨੂੰ ਚੈਨਲ 'ਤੇ ਵੀਡੀਓਜ਼ ਮਿਲ ਜਾਣਗੀਆਂ, ਤੁਸੀਂ ਇਹ ਵੀਡੀਓਜ਼ ਨੂੰ ਦੇਖ ਸਕਦੇ ਹੋ। ਸੋ ਸਟਾਰਟ ਕਰਦੇ ਹਾਂ ਅੱਜ ਦੀ ਡਿਸਕਸ਼ਨ। ਸਭ ਤੋਂ ਪਹਿਲਾ ਕਰੰਟ ਅਫੇਅਰ ਹੈ ਰਿਗਾਰਡਿੰਗ US ਏਅਰ ਕੁਆਲਿਟੀ ਇੰਡੈਕਸ। ਓਕੇ, ਹੁਣ ਸਭ ਤੋਂ ਪਹਿਲੀ ਤਾਂ ਇਹੀ ਗੱਲ ਇਹਦੇ ਵਿੱਚ ਪਤਾ ਹੋਣੀ ਚਾਹੀਦੀ ਹੈ ਕਿ ਜਿਹੜਾ ਇੰਡੈਕਸ ਆ ਉਹਨੂੰ ਰਿਲੀਜ਼ ਕੌਣ ਕਰਦਾ ਹੈ। ਇਹਨੂੰ ਰਿਲੀਜ਼ ਕੀਤਾ ਗਿਆ ਹੈ ਬਾਈ US ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਦੇ ਦੁਆਰਾ। ਓਕੇ, ਜਿਹੜਾ ਇੰਡੈਕਸ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੀ ਲਾਹੌਰ ਹੈ ਪਾਕਿਸਤਾਨ ਦੇ ਵਿੱਚ ਉਹ ਵਰਲਡ ਦੀ ਮੋਸਟ ਪੋਲਿਊਟਿਡ ਸਿਟੀ ਹੈ। ਉਸ ਤੋਂ ਬਾਅਦ ਆਉਂਦੀ ਹੈ ਨਿਊ ਦਿੱਲੀ, ਦੈਨ ਕਾਠਮੰਡੂ। ਪਹਿਲੀ ਕਿਹੜੀ ਹੈ? ਲਾਹੌਰ। ਇਹਦਾ ਨਾਮ ਯਾਦ ਰੱਖਿਓ, ਪੁੱਛਿਆ ਜਾ ਸਕਦਾ ਹੈ। ਓਕੇ, ਦ ਪਾਰਟੀਕੂਲੇਟ ਮੈਟਰ ਰੇਟਿੰਗ ਆਫ ਲਾਹੌਰ। ਅਗਰ ਆਪਾਂ ਲਾਹੌਰ ਦੇ ਪਾਰਟੀਕੂਲੇਟ ਮੈਟਰ ਦੀ ਰੇਟਿੰਗ ਦੀ ਗੱਲ ਕਰੀਏ ਤਾਂ ਕਿੰਨੀ ਆਈ ਹੈ? 423। ਨਿਊ ਦਿੱਲੀ ਦੀ ਆਈ ਹੈ 229 ਅਤੇ ਨੇਪਾਲ ਦੀ ਆਈ ਹੈ 178। ਓਕੇ, ਤਾਂ ਤੁਸੀਂ ਇਹਦੇ ਵਿੱਚ ਦੋ ਮੇਨ ਚੀਜ਼ਾਂ ਯਾਦ ਰੱਖਣੀਆਂ ਕਿ US ਏਅਰ ਕੁਆਲਿਟੀ ਇੰਡੈਕਸ ਰਿਲੀਜ਼ ਕੌਣ ਕਰਦਾ ਹੈ ਅਤੇ ਇਹਦੇ ਵਿੱਚ ਕਿਹੜੀ ਵਰਲਡ ਦੀ ਮੋਸਟ ਪੋਲਿਊਟਿਡ ਸਿਟੀ ਹੈ? ਲਾਹੌਰ। ਸੈਕਿੰਡ ਨੰਬਰ 'ਤੇ ਇੰਡੀਆ ਦੀ ਨਿਊ ਦਿੱਲੀ ਹੈ। ਓਕੇ, ਦੈਨ ਸੈਕਿੰਡ ਕਰੰਟ ਅਫੇਅਰ ਹੈ ਰਿਗਾਰਡਿੰਗ ਵਰਲਡਸ ਲੋਨਲੀਐਸਟ ਐਲੀਫੈਂਟ ਮੂਵਡ ਫਰੋਮ ਪਾਕਿਸਤਾਨ ਟੂ ਕੰਬੋਡੀਆ। ਹੁਣ ਦੇਖੋ ਜਿਹੜੀ ਨਿਊਜ਼ ਹੈ ਕਾਫੀ ਇੰਪੋਰਟੈਂਟ ਬਣ ਜਾਂਦੀ ਹੈ ਬਿਕੋਜ਼ ਤੁਹਾਡੇ ਤੋਂ ਨਾ ਨਾਮ ਪੁੱਛ ਸਕਦੇ ਆ ਐਲੀਫੈਂਟ ਦਾ। ਓਕੇ, ਸੋ ਵਰਲਡ ਦਾ ਲੋਨਲੀਐਸਟ ਐਲੀਫੈਂਟ ਕਿਹੜਾ ਹੈ? ਉਹਦਾ ਨਾਮ ਕੀ ਹੈ? ਕਾਵਨ। ਓਕੇ, ਬੇਸਿਕਲੀ ਜਿਹੜਾ ਐਲੀਫੈਂਟ ਹੈ ਇਹਨੇ ਉੱਥੇ ਬਹੁਤ ਜ਼ਿਆਦਾ ਪਾਕਿਸਤਾਨ ਦੇ ਵਿੱਚ ਕੁਝ ਹਿੰਸਾ ਫੈਲਾਤੀ ਸੀ ਜਿਹਦੇ ਕਰਕੇ ਇਹਨੂੰ ਸਜ਼ਾ ਦੇ ਦਿੱਤੀ ਗਈ ਸੀ ਅਤੇ ਕਾਫੀ ਦੇਰ ਤੋਂ ਇਹ ਸਜ਼ਾ ਭੁਗਤ ਰਿਹਾ ਸੀ। ਓਕੇ, ਸੋ ਫਿਰ ਜਦੋਂ ਇੱਕ ਕੰਬੋਡੀਆ ਦਾ NGO ਸੀ ਉਹਨੇ ਦੀ ਹਾਲਤ ਦੇਖੀ ਤਾਂ ਉਹਨਾਂ ਨੇ ਇਹਨੂੰ ਫਿਰ ਕੰਬੋਡੀਆ ਸ਼ਿਫਟ ਕਰਨ ਦਾ ਫੈਸਲਾ ਲਿੱਤਾ। ਓਕੇ, ਸੋ ਇਸ ਕਰਕੇ ਕਾਫੀ ਨਿਊਜ਼ 'ਚ ਸੀ। ਸੋ ਵਰਲਡ ਦਾ ਲੋਨਲੀਐਸਟ ਐਲੀਫੈਂਟ ਕਿਹੜਾ ਹੈ? ਕਾਵਨ। ਅਤੇ ਉਹ ਕਿੱਥੋਂ ਮੂਵ ਹੋਊਗਾ? ਪਾਕਿਸਤਾਨ ਤੋਂ ਕੰਬੋਡੀਆ ਦੇ ਵਿੱਚ। ਓਕੇ, ਏਜ 36 ਹੈ। ਇਸਲਾਮਾਬਾਦ ਜ਼ੂ ਇਨ ਪਾਕਿਸਤਾਨ ਟੂ ਕੰਬੋਡੀਅਨ ਸੈਂਚੁਰੀ ਦੇ ਵਿੱਚ ਇਹਨੂੰ ਸ਼ਿਫਟ ਕੀਤਾ ਜਾਊਗਾ ਅਤੇ ਪਾਕਿਸਤਾਨ ਦੇ ਵਿੱਚ ਓਨਲੀ ਏਸ਼ੀਅਨ ਐਲੀਫੈਂਟ ਹੈ। ਸੋ ਥਰਡ ਕਰੰਟ ਅਫੇਅਰ ਹੈ ਰਿਗਾਰਡਿੰਗ ਫਾਰਮੂਲਾ 1 ਬਹਿਰੇਨ ਗ੍ਰੈਂਡ ਪਿਕਸ। ਓਕੇ, ਹੁਣ ਜਿਹੜਾ ਇਹ ਟਾਈਟਲ ਹੈ ਉਹ ਕਿਹਨਾਂ ਨੇ ਜਿੱਤਿਆ? ਲੂਇਸ ਹੈਮਿਲਟਨ ਨੇ। ਮਰਸਰੀਜ਼ ਡਰਾਈਵਰ ਲੂਇਸ ਹੈਮਿਲਟਨ ਵੌਨ ਦ ਫਾਰਮੂਲਾ 1 ਬਹਿਰੇਨ ਗ੍ਰੈਂਡ ਪਿਕਸ। ਓਕੇ, ਸੋ ਇਹ ਯਾਦ ਰੱਖਿਓ, ਕਈ ਵਾਰ ਇਹਦੇ ਉੱਪਰ ਵੀ ਕੁਐਸਚਨ ਪੁੱਛ ਲੈਂਦੇ ਆ ਐਗਜ਼ਾਮਸ ਦੇ ਵਿੱਚ। ਸੋ ਫੋਰਥ ਕਰੰਟ ਅਫੇਅਰ ਡਿਸਕਸ ਕਰਦੇ ਹਾਂ, ਇਹ ਹੈ ਰਿਗਾਰਡਿੰਗ ਹੌਰਨਬਿਲ ਫੈਸਟੀਵਲ। ਹੁਣ ਇਹਦੇ ਵਿੱਚ ਮੇਨ ਤੁਹਾਨੂੰ ਸਟੇਟ ਪਤਾ ਹੋਣੀ ਚਾਹੀਦੀ ਹੈ ਵੀ ਕਿਹੜੀ ਸਟੇਟ ਦੇ ਵਿੱਚ ਇਹ ਫੈਸਟੀਵਲ ਮਨਾਉਂਦੇ ਆ ਬਿਕੋਜ਼ ਕਈ ਵਾਰ ਇਹਦੇ ਉੱਪਰ ਕੁਐਸਚਨ ਆ ਚੁੱਕਾ ਹੈ। ਓਕੇ, ਸਭ ਤੋਂ ਪਹਿਲਾਂ ਤਾਂ ਕਿਹੜੀ ਸਟੇਟ 'ਚ ਮਨਾਉਂਦੇ ਆ? ਨਾਗਾਲੈਂਡ 'ਚ। ਕਿਉਂ? ਬਿਕੋਜ਼ ਜਿਹੜਾ ਇਹ ਫੈਸਟੀਵਲ ਹੈ ਉਹ ਬੇਸਿਕਲੀ 10 ਡੇ ਦਾ ਇੱਕ ਐਨੂਅਲ ਕਲਚਰਲ ਫੈਸਟੀਵਲ ਹੁੰਦਾ ਨਾਗਾਲੈਂਡ ਦਾ। ਓਕੇ, ਅਤੇ ਇਹਦੀ ਸ਼ੁਰੂਆਤ ਕਦੋਂ ਹੁੰਦੀ ਹੈ? 1 ਦਸੰਬਰ ਤੋਂ। 1 ਦਸੰਬਰ ਤੋਂ ਕਿਉਂ ਹੁੰਦੀ ਹੈ? ਬਿਕੋਜ਼ ਇਸ ਦਿਨ ਨਾਗਾਲੈਂਡ ਦਾ ਸਟੇਟਹੁੱਡ ਡੇ ਹੈ। ਮਤਲਬ ਕੀ ਹੈ ਕਿ ਇਸ ਦਿਨ December 1 ਨੂੰ ਨਾਗਾਲੈਂਡ ਦੀ ਫਾਰਮੇਸ਼ਨ ਹੋਈ ਸੀ। ਦੈਨ ਜਿਹੜਾ ਹੌਰਨਬਿਲ ਫੈਸਟੀਵਲ ਹੈ ਉਹਨੂੰ ਫੈਸਟੀਵਲ ਆਫ ਫੈਸਟੀਵਲਸ ਵੀ ਬੋਲਦੇ ਆ। ਓਕੇ, ਅਤੇ ਜਿਹੜਾ ਇਹਦਾ ਨਾਮ ਹੈ ਹੌਰਨਬਿਲ ਫੈਸਟੀਵਲ ਦਾ ਉਹ ਕਿਹਦੇ ਨਾਮ ਤੋਂ ਬਾਅਦ ਰੱਖਿਆ ਗਿਆ? ਇੱਕ ਇੰਡੀਅਨ ਹੌਰਨਬਿਲ ਬਰਡ ਹੈ ਉਹਦੇ ਨਾਮ ਤੋਂ ਬਾਅਦ ਇਹ ਜਿਹੜਾ ਫੈਸਟੀਵਲ ਉਹਦਾ ਨਾਮ ਰੱਖਿਆ ਗਿਆ। ਓਕੇ, ਦੈਨ ਫਿਫਥ ਕਰੰਟ ਅਫੇਅਰ ਡਿਸਕਸ ਕਰਦੇ ਹਾਂ, ਇਹ ਹੈਗਾ ਰਿਗਾਰਡਿੰਗ ਬਰੂ ਟਰਾਈਬ। ਸੋ ਬਰੂ ਟਰਾਈਬ ਦੇ ਬਾਰੇ ਤੁਹਾਨੂੰ 2-3 ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਕਿ ਇਹ ਜਿਹੜੀ ਟਰਾਈਬ ਆ ਉਹ ਕਿੱਥੇ ਮਿਲਦੀ ਹੈ, ਮੀਨਸ ਕਿਹੜੀ ਸਟੇਟ ਦੇ ਵਿੱਚ ਮਿਲਦੀ ਹੈ। ਓਕੇ, ਅਤੇ ਇਹ ਨਿਊਜ਼ 'ਚ ਕਿਉਂ ਹੈ? ਦੇਖੋ, ਪਾਰਟਸ ਆਫ ਤ੍ਰਿਪੁਰਾ ਆਰ ਵਿਟਨੈਸਿੰਗ ਵਾਇਲੈਂਟ ਪ੍ਰੋਟੈਸਟ ਰੀਸੈਂਟਲੀ ਡਿਊ ਟੂ ਪ੍ਰਪੋਜ਼ਡ ਰੀਸੈਟਲਮੈਂਟ ਆਫ ਬਰੂ ਟਰਾਈਬਸ। ਬਰੂ ਨੂੰ ਹੋਰ ਕੀ ਬੋਲਦੇ ਆ? ਰਿਆਂਗ ਟਰਾਈਬ। ਓਕੇ, ਇੰਡੀਜੀਨੀਅਸ ਕਮਿਊਨਿਟੀ ਹੈ ਨਾਰਥ ਈਸਟ ਦੀ ਜੋ ਕਿ ਕਿੱਥੇ ਮਿਲਦੀ ਹੈ? ਤ੍ਰਿਪੁਰਾ, ਅਸਾਮ ਐਂਡ ਮਿਜ਼ੋਰਮ। ਇਹ ਤਿੰਨੋਂ ਸਟੇਟਸ ਦਾ ਨਾਮ ਯਾਦ ਰੱਖਿਓ। ਇਨ ਤ੍ਰਿਪੁਰਾ ਦਿਸ ਕਮਿਊਨਿਟੀ ਇਜ਼ ਰਿਕੋਗਨਾਈਜ਼ਡ ਐਜ਼
particularly vulnerable tribal groups त्रिपुरा ਦੇ ਵਿੱਚ ਇਹ ਕਿਹੜੀ ਕੈਟਾਗਰੀ ਦੇ ਵਿੱਚ ਆਉਂਦੀ ਹੈ particularly vulnerable tribal group in Mizoram it is targeted by ethnic organizations demanding its exclusion from electoral roll forcing the tribe to flee to Tripura ਇਹ ਬੇਸਿਕਲੀ ਤ੍ਰਿਪੁਰਾ ਤੋਂ ਹੀ ਮਿਜ਼ੋਰਾਮ ਦੇ ਵਿੱਚ ਆਏ ਸੀ ਇੱਕ ਟਾਈਮ ਤੇ ਓਕੇ ਤੇ ਹੁਣ ਮਿਜ਼ੋਰਾਮ ਦੇ ਵਿੱਚ ਕੀ ਹੈ ਕਾਫੀ ਸਾਰੇ ਆਰਗੇਨਾਈਜੇਸ਼ਨਸ ਦੇ ਦੁਆਰਾ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਉਹ ਇਹਨਾਂ ਨੂੰ ਕਹਿ ਰਹੇ ਨੇ ਕਿ ਇਹਨਾਂ ਨੂੰ ਇਲੈਕਟਰਲ ਰੋਲਸ ਤੋਂ ਬਾਹਰ ਕਰੋ ਓਕੇ ਤਾਂ ਕਿ ਇਹ ਵਾਪਸ ਤ੍ਰਿਪੁਰਾ ਦੇ ਵਿੱਚ ਚਲੇ ਜਾਣ ਇਨ ਅ ਬਿਟ ਟੂ ਇਨਸ਼ੋਰ देयर ਪਰਮਾਨੈਂਟ ਸੈਟਲਮੈਂਟ ਇਨ ਤ੍ਰਿਪੁਰਾ ਇੱਕ ਐਗਰੀਮੈਂਟ ਜਿਹੜਾ ਹੈ ਉਹ ਸਾਈਨ ਹੋਇਆ ਸੀ ਸੈਂਟਰ ਦੇ ਵਿੱਚ ਤੇ ਦੋਨੋਂ ਸਟੇਟਸ ਦੇ ਵਿੱਚ ਓਕੇ ਬਟ ਉਹ ਐਗਰੀਮੈਂਟ ਦੇ ਨਾਲ ਬਹੁਤ ਸਾਰੇ ਪ੍ਰੋਟੈਸਟ ਹੋਣੇ ਸਟਾਰਟ ਹੋ ਗਏ ਤ੍ਰਿਪੁਰਾ ਦੇ ਵਿੱਚ ਕਿਹੜੇ ਗਰੁੱਪਸ ਦੇ ਰਾਹੀਂ ਬੰਗਾਲੀਜ਼ ਐਂਡ ਮਿਜ਼ੋ ਗਰੁੱਪਸ ਓਕੇ ਸੋ ਇਸ ਲਈ ਇਹ ਜਿਹੜੀ ਬਰੂ ਟਰਾਈਬ ਆ ਉਹ ਕਾਫੀ ਜ਼ਿਆਦਾ ਨਿਊਜ਼ 'ਚ ਹੈ ਬਰੂ ਟਰਾਈਬ ਨੂੰ ਕਿਹੜੀ ਟਰਾਈਬ ਬੋਲਦੇ ਆ ਰਿਆਂਗ ਓਕੇ ਤੇ ਕਿਹੜੀ ਸਟੇਟਸ ਦੇ ਵਿੱਚ ਪਾਈ ਜਾਂਦੀ ਹੈ ਤ੍ਰਿਪੁਰਾ ਅਸਾਮ ਮਿਜ਼ੋਰਾਮ ਉਹ ਤੋਂ ਬਾਅਦ ਨੈਕਸਟ ਦੇਖੋ ਬਰੂਜ਼ ਦੇ ਬਾਰੇ ਕੁਝ ਹੋਰ ਇੰਪੋਰਟੈਂਟ ਚੀਜ਼ਾਂ ਪੜ੍ਹਦੇ ਬਰੂਜ਼ ਆਰ ਦ ਇੰਡੀਅਨ ਚਾਈਨੀਜ਼ ਕਮਿਊਨਿਟੀ ਲਿਵਿੰਗ ਇਨ ਨਾਰਥ ਈਸਟ ਰੀਜਨ ਮੋਸਟਲੀ ਸਟੇਟਸ ਆਫ ਅਸਾਮ ਤ੍ਰਿਪੁਰਾ ਮਿਜ਼ੋਰਾਮ In Mizoram, these tribals are targeted by ethnic organization. They demanded the Bru should be excluded from electoral rolls. ਤੇ ਇਹ ਜਿਹੜੇ tribes ਹੈ ਇਹਨਾਂ ਨੂੰ ਤ੍ਰਿਪੁਰਾ ਦੇ ਵਿੱਚ ਕਿਹੜੀ ਕੈਟਾਗਰੀ ਦੇ ਵਿੱਚ ਰੱਖਿਆ ਗਿਆ particularly vulnerable tribal groups. Okay, I think ਤੁਹਾਨੂੰ ਯਾਦ ਵੀ ਹੋ ਗਿਆ ਹੋਊਗਾ ਉਹ ਤੋਂ ਬਾਅਦ ਨੈਕਸਟ ਸੋ 6th ਕਰੰਟ ਅਫੇਅਰ ਹੈ ਰਿਗਾਰਡਿੰਗ ਏਵੀਅਨ ਇਨਫਲੂਐਂਜ਼ਾ ਤੁਹਾਨੂੰ ਸਿੱਧਾ ਹੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਰੀਸੈਂਟਲੀ ਏਵੀਅਨ ਇਨਫਲੂਐਂਜ਼ਾ ਦੀ ਆਊਟਬ੍ਰੇਕ ਕਿਹੜੀ ਕੰਟਰੀ 'ਚ ਹੋਈ ਜਾਪਾਨ Okay, so avian influenza disease was recently discovered at a poultry farm in Hogua city of Japan. Around 40,000 chicken ਹੈ ਜਿਹੜੇ ਹਰੇਕ ਬਿਗ ਫਾਰਮ ਦੇ ਵਿੱਚ ਉਹਨਾਂ ਨੂੰ ਸਲੌਟਰ ਤੇ ਬਰੀ ਕੀਤਾ ਗਿਆ ਓਕੇ ਅਗਰ ਆਪਾਂ ਏਵੀਅਨ ਇਨਫਲੂਐਂਜ਼ਾ ਦੇ ਬਾਰੇ ਪੜ੍ਹੀਏ ਤਾਂ ਹਾਈਲੀ ਕੰਟੈਜੀਅਸ ਵਾਇਰਲ ਡਿਜ਼ੀਜ਼ ਹੈ ਜਿਹਨੇ ਇਫੈਕਟ ਕੀਤਾ ਬਰਡਸ ਕਿਹੜੇ ਟਰਕੀ ਚਿਕਨ ਤੇ ਗੁਨੀਆ ਫਾਊਲ ਓਕੇ ਤੇ ਇਹ ਓਕੇਜਨਲੀ ਇਨਫੈਕਟ ਵੀ ਕਰ ਦਿੰਦੇ ਨੇ ਮੈਮਲਸ ਇਨਕਲੂਡਿੰਗ ਹਿਊਮਨਸ ਇਸ ਲਈ ਇਹ ਡੇਂਜਰਸ ਹੈ ਹਿਊਮਨਸ ਲਈ ਵੀ ਓਕੇ The avian influenza virus is classified into two types based on the surface proteins ਕਿਹੜੇ ਹੈ hemagglutinin and neuraminidase. Then 7th current affair ਹੈ regarding National Pollution Control Day. So ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਡੇ ਆ ਆਪਾਂ ਕਦੋਂ ਮਨਾਉਂਦੇ ਹਾਂ 2 ਦਸੰਬਰ ਨੂੰ ਓਕੇ ਹੁਣ ਜਿਹੜਾ ਇਹ ਡੇ ਹੈ ਉਹਨੂੰ ਮਨਾਉਣ ਦਾ ਕਾਰਨ ਕੀ ਹੈ ਸੋ ਜਿਹੜਾ ਇਹ ਡੇ ਹੈ ਉਹ ਆਪਾਂ ਮਨਾਉਂਦੇ ਉਹ ਲੋਕਾਂ ਦੀ ਮੈਮਰੀ ਦੇ ਵਿੱਚ ਜਿਨ੍ਹਾਂ ਨੇ ਆਪਣੀ ਲਾਈਫਸ ਗਵਾਈਆਂ ਸੀ ਭੋਪਾਲ ਗੈਸ ਟ੍ਰੈਜਡੀ ਦੇ ਵਿੱਚ ਓਕੇ The National Pollution Control Day is celebrated in India to make citizens aware of laws that exist in India that help to contain pollution. ਜਿਹੜਾ ਇਹ ਦਿਨ ਹੈ ਇਹ ਆਪਾਂ ਕਿਉਂ ਸੈਲੀਬ੍ਰੇਟ ਕਰਦੇ ਹਾਂ ਲੋਕਾਂ ਨੂੰ ਅਵੇਅਰ ਕਰਵਾਉਣ ਦੇ ਵਿੱਚ ਕਿ ਜਿਹੜੇ ਲਾਜ਼ ਬਣੇ ਹੋਏ ਨੇ ਉਹਨਾਂ ਦਾ ਕਿੰਨਾ ਇੰਪੋਰਟੈਂਸ ਹੈ ਪੋਲਿਊਸ਼ਨ ਨੂੰ ਕੰਟਰੋਲ ਕਰਨ ਦੇ ਵਿੱਚ ਓਕੇ ਸੋ ਹੁਣ ਆਪਾਂ ਭੋਪਾਲ ਗੈਸ ਟ੍ਰੈਜਡੀ ਦੇ ਬਾਰੇ ਪੜ੍ਹਦੇ ਹਾਂ ਜਿਹੜੀ ਟ੍ਰੈਜਡੀ ਸੀ ਉਹ 2 ਤੇ 3 ਦਸੰਬਰ 1984 ਦੇ ਵਿੱਚ ਹੋਈ ਇਹ ਵਾਲੇ ਇਨਸੀਡੈਂਟ ਦੇ ਵਿੱਚ ਇੱਕ ਪੋਇਜ਼ਨਸ ਕੈਮੀਕਲ ਜਿਹਦਾ ਨਾਮ ਹੈ ਮਿਥਾਈਲ ਆਈਸੋਸਾਇਨੇਟ ਲੀਕ ਹੋ ਗਈ ਸੀ ਫਰੋਮ ਏ ਪੈਸਟੀਸਾਈਡ ਪਲਾਂਟ ਯੂਨੀਅਨ ਕਾਰਬਾਈਡ ਇੰਡੀਆ ਲਿਮਿਟਿਡ ਇਨ ਭੋਪਾਲ ਓਕੇ ਪਲਾਂਟ ਦਾ ਨਾਮ ਦਿੱਤਾ ਹੋਇਆ ਤੇ ਇਹ ਐਕਸਪੋਜ਼ਰ ਦੇ ਨਾਲ ਕਾਫੀ ਸਾਰੇ ਲੋਕਾਂ ਦੀ ਡੈਥ ਹੋ ਗਈ ਸੀ ਓਕੇ ਤੇ ਗਵਰਨਮੈਂਟ ਨੇ ਲੇਟਰ ਕੀ ਅਨਾਉਂਸ ਕੀਤਾ ਸੀ ਕਿ ਇਹ ਟ੍ਰੈਜਡੀ ਦੇ ਨਾਲ ਅਰਾਊਂਡ 25,000 ਜਿਹੜੇ ਲੋਕ ਨੇ ਉਹ ਮਾਰੇ ਗਏ ਇਟ ਵਾਸ ਕੰਸੀਡਰਡ ਐਜ਼ ਬਿਗੇਸਟ ਇੰਡਸਟਰੀਅਲ ਡਿਜ਼ਾਸਟਰ ਇਨ ਦਾ ਵਰਲਡ ਓਕੇ ਸੋ ਜਿਹੜੀ ਭੋਪਾਲ ਗੈਸ ਟ੍ਰੈਜਡੀ ਹੈ ਉਹਦੀ ਤੁਸੀਂ ਡੇਟ ਵੀ ਯਾਦ ਰੱਖਿਓ ਕਿ ਕਦੋਂ ਹੋਈ ਸੀ ਤੇ ਈਅਰ ਵੀ 1984 ਦੇ ਵਿੱਚ ਤੇ ਕਿਹੜੀ ਗੈਸ ਦੇ ਲੀਕੇਜ ਦੇ ਕਾਰਨ ਹੋਈ ਮਿਥਾਈਲ ਆਈਸੋਸਾਇਨੇਟ ਤੇ ਕਿਹੜੇ ਪਲਾਂਟ 'ਚ ਹੋਈ ਸੀ ਯੂਨੀਅਨ ਕਾਰਬਾਈਡ ਇੰਡੀਆ ਲਿਮਿਟਿਡ ਜੋ ਕਿ ਕਿੱਥੇ ਹੈ ਭੋਪਾਲ ਦੇ ਵਿੱਚ ਓਕੇ ਦੈਨ 8th ਕਰੰਟ ਅਫੇਅਰ ਹੈ ਰਿਗਾਰਡਿੰਗ ਵਰਲਡ ਟ੍ਰੇਡ ਰਿਪੋਰਟ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੇ ਰੀਸੈਂਟਲੀ ਵਰਲਡ ਟ੍ਰੇਡ ਰਿਪੋਰਟ ਨੂੰ ਰਿਲੀਜ਼ ਕੀਤਾ ਸੋ ਕੌਣ ਰਿਲੀਜ਼ ਕਰਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਸੋ ਜਿਹੜੀ ਰਿਪੋਰਟ ਹੈ ਉਹਨੇ ਐਨਾਲਿਸਿਸ ਕੀਤਾ ਕਿ ਅਗਰ ਗਵਰਨਮੈਂਟ ਪਾਲਿਸੀਜ਼ ਨੂੰ ਅਡਾਪਟ ਕੀਤਾ ਜਾਂਦਾ ਹੈ ਟੈਕਨੋਲੋਜੀਕਲ ਪ੍ਰੋਗਰੈਸ ਨੂੰ ਫੋਸਟਰ ਕਰਨ ਦੇ ਲਈ ਤੇ ਡਿਜੀਟਲ ਇਨੋਵੇਸ਼ਨ ਦੇ ਲਈ ਤਾਂ ਉਹਦੇ ਕੀ ਇਫੈਕਟਸ ਹੁੰਦੇ ਆ ਓਕੇ The report says that due to COVID-19 crisis, around 115 countries have adopted new digital and industrial strategies to fasten the transition toward digital economy. This mainly include tax breaks to facilitate digital innovation, policies to address access to data, technological hub to maximize knowledge diffusion and research and development report. The increasing importance of data in the digital world is creating higher demand for new international rules on data localization, privacy protection and data transfer.
सो बस ये बारे तुसी थोड़ा जिहा याद रखियो कि जिहड़ी रिपोर्ट आ कौन दिंदा, वर्ल्ड ट्रेड ऑर्गेनाइजेशन। तो ये गवर्नमेंट की पॉलिसीज़ दे बारे दस्सिया गया है कि अगर इन्हों अडॉप्ट किया जाता है तो टैक्नोलॉजिकल प्रोग्रैस तो डिजिटल इनोवेशन दे विच उहदा की असर पैंदा है। ओके, उस तो बाद नैक्सट 9th करंट अफेयर है कि इंडियन नेवी ने रीसेंटली टैसट फायर किया एंटी शिप वर्जन किहड़ी मिसाइल का, ब्रह्मोस मिसाइल का। ओके, सो द इंडियन नेवी टैसट फायर एंटी शिप वर्जन ऑफ ब्रह्मोस मिसाइल कदों किया, 1 दिसंबर 2020 ਨੂੰ। तो जिहड़ा टैसट है वो कित्थे कंडक्ट होया, अंडमान एंड निकोबार आइलैंड। सो हुण ब्रह्मोस मिसाइल के बारे पढ़ते हैं। जिहड़ी ब्रह्मोस मिसाइल है उन्होंने PJ-10 भी बोलते हैं, तो एक मीडियम रेंज रामजेट सुपरसोनिक क्रूज मिसाइल है। तो इनू सबमरीन शिप्स, एयरक्राफ्ट, लैंड सब तो लॉन्च किया जा सकता है। ओके, ये फास्टैसट सुपरसोनिक क्रूज मिसाइल है वर्ल्ड दे विच। अगर आप गल करिए कि जिहड़ी मिसाइल है वो किने बनाई है, रशिया फेडरेशन NPO नाम है मैशिनोस्ट्रोनिया एंड इंडियाज DRDO दैट इज़ डिफेंस रिसर्च एंड डेवलपमेंट ऑर्गेनाइजेशन। ओके, जिन्हों ने इकट्ठे काम करके इनू तैयार किया। इट इज़ बेस्ड ऑन रशियन P-800 ऑनिक्स क्रूज मिसाइल एंड अदर सिमिलर सी स्किमिंग रशियन क्रूज मिसाइल टैक्नोलॉजी। तो जिहड़ा नेम है ब्रह्मोस का वो 2 रिवर्स के नेम तो बनाया गया, किहड़े किहड़े, ब्रह्मपुत्र रिवर इंडिया का एंड मॉस्कोवा रिवर ऑफ रशिया। ओके, सो ये बारे कुछ डिटेल्स हैं, याद रखियो। और तो बाद 10th करंट अफेयर है रिगार्डिंग वर्ल्ड मलेरिया रिपोर्ट 2020। जिहड़ी ये वर्ल्ड मलेरिया रिपोर्ट है उन्होंने किने रिलीज़ किया, वर्ल्ड हैल्थ ऑर्गेनाइजेशन ने। तो यह रिपोर्ट के मुताबिक दस्सिया गया है कि इंडिया दे विच सब तो ज़्यादा रिडक्शन देखने को मिली मलेरिया केसिस की, अगर आप गल करिए बिटवीन 2000 एंड 2019। ओके, दैन 11th करंट अफेयर है रिगार्डिंग इंडियन ऑयल कॉरपोरेशन। ओके, सो इंडियन ऑयल कॉरपोरेशन ने लॉन्च किया ऑक्टेन 100 पेट्रोल। सो इंडियन ऑयल कॉरपोरेशन लॉन्चिज ऑक्टेन 100 पेट्रोल ऑन December 1, 2020। जिहड़ा 100 ऑक्टेन फ्यूल है उन्होंने यूज़ किया जाता है किहदे लई, लग्जरी व्हीकल्स के लिए। ओके, तो यह सिर्फ और सिर्फ 6 कंट्री दे विच ही अवेलेबल है वर्ल्ड दियां, किहड़ी यूनाइटेड स्टेट्स, जर्मनी, मलेशिया, ग्रीस, इजराइल एंड इंडोनेशिया। सो इत्थे जर्मन की बजाय जर्मनी आना चाहिए। ओके, सॉरी फॉर दैट। सो ये बारे याद रखियो कि किने लॉन्च किया, इंडियन ऑयल कॉरपोरेशन ने। तो सिर्फ 6 कंट्रीज़ दे विच ही पाया जाता, हुण इंडिया 7 कंट्री बन गई जिथे अवेलेबल है। ओके, दैन सो 12th करंट अफेयर है इंडिया ते किने डील साइन की है $50 मिलियन की, तो कादे लई की है। सो किने की है, एशियन डेवलपमेंट बैंक ने। ओके, कादे लई की है, डिजिटल प्लेटफॉर्म्स ने जिहड़े वैस्ट बंगाल दे उन्हां नूं बूस्ट करन दे लई। सो तुसी यह चीज़ याद रखियो। और तो बाद 13th करंट अफेयर है रिगार्डिंग पिफसर बायोटेक COVID-19 इन UK। ओके, सो यूनाइटेड किंगडम ने अप्रूव किया पिफसर COVID-19 वैक्सीन नूं, ते किहदे द्वारा इनू अप्रूव किया गया, मेडिसिन एंड हैल्थ केयर प्रोडक्ट रेगूलेटरी एजेंसी के द्वारा। ओके, ये कहा गया है कि जिहड़ी वैक्सीन है वो 95% इफेक्टिव है डिजीज़ नूं प्रिवेंट करन दे विच। ओके, मतलब ये पूछ सकते हैं भी किहड़ी कंट्री ने इनू अप्रूव किया है। सो 14th करंट अफेयर है रिगार्डिंग चेंगे 5। ओके, क्यों न्यूज़ सी, बिकॉज इन्हें लैंड किया है मार्च के सरफेस के उपर। ओके, तो किहड़ी कंट्री का मिशन है, चाइना का। दैन सो 15th करंट अफेयर है रिगार्डिंग मिस्टर प्रकाश सिंह बादल। क्यों न्यूज़ च, बिकॉज इन्होंने अपना पद्म विभूषण अवार्ड है जो रिटर्न करता, क्यों करता, फार्मर्स के सपोर्ट के विच। आपां नूं पता है फार्मर्स के बहुत ज़्यादा प्रोटेस्ट चल रहे हैं इंडिया के विच। ओके, फार्म लॉज नूं लैके, सो उन्होंने सपोर्ट कर दो, इन्होंने अपना अवार्ड वापस करता। दैन नैक्सट 16th करंट अफेयर है रिगार्डिंग साइक्लोन बुरेवी। ओके, सो सब तो पहले तो यही पता होना चाहिए कि जो साइक्लोन है वो कित्थे आया। सो जो साइक्लोन है वो तमिलनाडु कोस्ट देखने को मिले। ओके, दैन सो 17th करंट अफेयर है रिगार्डिंग पासएक्स एक्सरसाइज। सो जी एक्सरसाइज है वो किहड़ी टाइप की है, नेवल एक्सरसाइज है। सब तो पहला तो यही क्वेश्चन पूछा जाता है। सैकेंड जी एक्सरसाइज वो किहड़ी 2 कंट्रीज़ दे विच ऑर्गेनाइज हुई, इंडिया ते रशिया। ओके, सो ये 2 फैक्ट्स याद रखियो। सो नैक्सट करंट अफेयर है 18th रिगार्डिंग BSNL। BSNL न्यूज़ सी, क्यों, बिकॉज BSNL ने स्काइलो नाल मिल के सैटेलाइट नूं लॉन्च किया है। ओके,
ਕਿਹੜੀ ਸੈਟੇਲਾਈਟ ਹੈ? ਇਹ ਇੱਕ ਐਸੀ ਸੈਟੇਲਾਈਟ ਹੈ ਜਿਹੜੀ ਕਿ ਬੇਸਡ ਹੈ ਨੈਰੋ ਬੈਂਡ ਇੰਟਰਨੈਟ ਆਫ ਥਿੰਗਸ ਨੈਟਵਰਕ ਦੇ ਉੱਪਰ। ਓਕੇ, ਤੇ ਵਰਲਡ ਦੀ ਫਸਟ ਸੈਟੇਲਾਈਟ ਹੈ ਜਿਹੜੀ ਕਿ ਨੈਰੋ ਬੈਂਡ ਇੰਟਰਨੈਟ ਆਫ ਥਿੰਗ ਨੈਟਵਰਕ ਦੇ ਉੱਪਰ ਬੇਸਡ ਹੈ। ਓਕੇ, ਸੋ ਯਾਦ ਰੱਖਿਓ ਕਿ ਕਿਹਦੇ ਨਾਲ ਮਿਲ ਕੇ ਲਾਂਚ ਕੀਤੀ ਹੈ? BSNL ਨੇ ਸਕਾਈਲੋ ਨਾਲ। ਓਕੇ, ਦੈਨ ਸੋ 19 ਕਰੰਟ ਅਫੇਅਰ ਹੈ ਰਿਗਾਰਡਿੰਗ ਕਲਾਈਮੇਟ ਐਂਬੀਸ਼ਨ ਸਮਿਟ। ਜਿਹੜੀ ਇਹ ਸਮਿਟ ਹੈ ਉਹਨੂੰ ਔਰਗੇਨਾਈਜ਼ ਕਿਹਨੇ ਕੀਤਾ? ਯੂਨਾਈਟਿਡ ਨੇਸ਼ਨਸ ਨੇ। ਓਕੇ, ਇਹਨੂੰ ਹੋਸਟ ਕੀਤਾ ਸਮਿਟ ਨੂੰ ਯੂਨਾਈਟਿਡ ਕਿੰਗਡਮ ਤੇ ਫਰਾਂਸ ਨੇ। ਕਿਹਦੇ ਨਾਲ ਮਿਲ ਕੇ? ਚਿਲੀ ਐਂਡ ਇਟਲੀ ਦੇ ਨਾਲ। ਤੇ ਸਮਿਟ ਕਿਉਂ ਔਰਗੇਨਾਈਜ਼ ਕੀਤੀ ਗਈ? ਸੋ ਪੈਰਿਸ ਐਗਰੀਮੈਂਟ ਦੀ 5th ਐਨੀਵਰਸਰੀ ਨੂੰ ਸੈਲੀਬ੍ਰੇਟ ਕਰਨ ਦੇ ਲਈ ਜਿਹੜੀ ਇਹ ਸਮਿਟ ਹੈ ਉਹਨੂੰ ਔਰਗੇਨਾਈਜ਼ ਕੀਤਾ ਗਿਆ। ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਇੰਡੀਆ ਹੈ ਉਹਨੇ ਅਚੀਵ ਕਰ ਲਿਆ 21% ਆਫ ਇਟਸ ਐਮਿਸ਼ਨ ਇੰਟੈਂਸਿਟੀ ਰਿਡਕਸ਼ਨ ਟਾਰਗੇਟ ਐਜ਼ ਅ ਪ੍ਰਪੋਰਸ਼ਨ ਆਫ ਇਟਸ GDP ਇਨ ਲਾਈਨ with pledge to a 33 to 35 reduction by 2030। ਮਤਲਬ ਇੰਡੀਆ ਨੇ ਕਿਹਾ ਹੋਇਆ ਕਿ ਅਸੀਂ 2030 ਤੱਕ ਜਿਹੜਾ ਰਿਡਕਸ਼ਨ ਹੈ ਐਮਿਸ਼ਨਸ ਦਾ ਉਹ 33 to 35% ਕਰ ਦਾਂਗੇ, ਤੇ ਇੰਡੀਆ ਨੇ ਉਹਦੇ ਵਿੱਚ 21% ਜਿਹੜਾ ਟਾਰਗੇਟ ਹੈ ਉਹਨੂੰ ਅਚੀਵ ਕਰ ਲਿਆ। ਓਕੇ, ਸੋ 20th ਕਰੰਟ ਅਫੇਅਰ ਹੈ ਰਿਗਾਰਡਿੰਗ ਅ ਬੁੱਕ। ਇੱਕ ਬੁੱਕ ਰਿਲੀਜ਼ ਕੀਤੀ ਗਈ ਔਨ 90th ਐਨੀਵਰਸਰੀ ਆਫ ਅਟੈਕ ਔਨ ਪਾਰਲੀਮੈਂਟ, ਤੇ ਇਹਨੂੰ ਰਿਲੀਜ਼ ਕਿਹਨੇ ਕੀਤਾ? ਲੋਕ ਸਭਾ ਦੇ ਸਪੀਕਰ, ਉਹਨਾਂ ਦਾ ਨਾਮ ਕੀ ਹੈ? ਮਿਸਟਰ ਓਮ ਬਿਰਲਾ। ਓਕੇ, ਸੋ ਅਗਰ ਬੁੱਕ ਦੇ ਟਾਈਟਲ ਦੀ ਗੱਲ ਕਰੀਏ ਤਾਂ ਇੰਗਲਿਸ਼ ਵਰਜਨ ਦੇ ਵਿੱਚ ਟਾਈਟਲ ਹੈ ਦ ਸ਼ੌਰਯ ਅਨਬਾਊਂਡ, ਤੇ ਹਿੰਦੀ ਵਰਜਨ ਦਾ ਟਾਈਟਲ ਹੈ ਸਮੁੰਦਰ ਸਮਾਵੇ ਬੂੰਦ ਮੇ। ਸੋ ਨਾਮ ਯਾਦ ਰੱਖਿਓ ਤੇ ਕਿਹਨੇ ਰਿਲੀਜ਼ ਕੀਤੀ ਹੈ ਇਹ ਵੀ ਯਾਦ ਰੱਖਿਓ, ਬਿਕੋਜ਼ ਕਈ ਵਾਰ ਐਗਜ਼ਾਮਸ ਦੇ ਵਿੱਚ ਪੁੱਛ ਲੈਂਦੇ ਹੈ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਮਾਈ ਵੀਡੀਓਜ਼। ਆਈ ਹੋਪ ਅੱਜ ਆਪਾਂ ਜਿਹੜੇ ਵੀ 20 ਕਰੰਟ ਅਫੇਅਰ ਡਿਸਕਸ ਕੀਤੇ ਆ ਤੁਹਾਨੂੰ ਸਾਰੇ ਸਮਝ ਆ ਗਏ ਹੋਣਗੇ। ਸੋ ਮਿਲਦੇ ਹਾਂ ਜਲਦੀ ਹੀ ਨੈਕਸਟ ਵੀਡੀਓ ਦੇ ਵਿੱਚ। ਅੱਜ ਲਈ ਇੰਨਾ ਹੀ।